हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਪੰਜਾਬ ਟੈਟ ਸੋਸ਼ਲ ਸਟੱਡੀ ਐਗਜ਼ਾਮ ਦੇ ਲਈ ਜਿਹੜਾ ਤੁਹਾਡੇ ਲਈ ਪ੍ਰੈਕਟਿਸ ਪੇਪਰ ਲੈ ਕੇ ਆਏ ਹਾਂ। ਸੋ ਸਾਰੇ ਕੁਐਸਚਨ ਹੋਣਗੇ ਜਿਵੇਂ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਆ ਤਾਂ 150 ਸਾਰਾ ਜਿਹੜਾ ਕੁਐਸਚਨ ਹੋਏਗਾ। ਸੋ ਜਿਹਦੇ ਵਿੱਚ ਪੰਜਾਬੀ, ਸਾਈਕੋ ਅਤੇ ਸਮਾਜਿਕ ਸਿੱਖਿਆ ਹੋਏਗੀ ਇੰਗਲਿਸ਼ ਨੂੰ ਛੱਡ ਕੇ। ਸੋ ਇਹਦੇ ਨਾਲ ਤੁਹਾਡੀ ਜਿਹੜੀ ਪ੍ਰੈਕਟਿਸ ਹੈ ਉਹ ਵੀ ਵਧੀਆ ਹੋਏਗੀ। ਬਾਕੀ ਕਿੰਨੇ ਕੁ ਤੁਹਾਨੂੰ ਕੁਐਸਚਨ ਆਉਂਦੇ ਹੈ, ਕਿੰਨੇ ਕੁ ਤੁਹਾਡੇ ਮਾਰਕਸ ਬਣ ਸਕਦੇ ਹੈ, ਸੋ ਇਹ ਵੀ ਤੁਸੀਂ ਆਪਣਾ ਗੈਸ ਹੈ ਜਿਹੜਾ ਕਰ ਸਕੋਗੇ। ਸੋ ਪਹਿਲਾ ਭਾਗ ਸਟਾਰਟ ਕਰ ਰਹੇ ਹਾਂ। ਕੰਟੀਨਿਊ ਤੁਹਾਨੂੰ ਪ੍ਰੈਕਟਿਸ ਪੇਪਰ ਜਿਹੜੇ ਉਹ ਅਸੀਂ ਪ੍ਰੋਵਾਈਡ ਕਰਾਂਗੇ। ਸੋ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨਾਲ 'ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਡੇਲੀ ਅਪਡੇਟ ਸਮੇਂ ਸਿਰ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਪਹਿਲਾ ਪ੍ਰੈਕਟਿਸ ਪੇਪਰ। ਤਾਂ ਸਾਈਕੋ ਦਾ ਪਹਿਲਾ ਪ੍ਰਸ਼ਨ ਹੈ, ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਜਿਹਨੂੰ ਕਿਹਾ ਜਾਂਦਾ ਹੈ। ਅਸੀਂ ਜੋ ਵੀ ਨਵਾਂ ਕੰਮ ਕਰਦੇ ਹਾਂ ਉਸ ਨੂੰ ਆਤਮਸਾਤ ਕਰ ਲੈਂਦੇ ਹਾਂ। ਇਹ ਕਿਸ ਨਾਲ ਸੰਬੰਧਿਤ ਹੈ? ਆਤਮੀਕਰਨ ਦੇ ਨਿਯਮ ਨਾਲ, ਅੰਸ਼ਿਕ ਕਿਰਿਆ ਦੇ ਨਿਯਮ ਨਾਲ, ਅਭਿਆਸ ਦੇ ਨਿਯਮ ਨਾਲ, ਜਾਂ ਫਿਰ ਪਰਿਣਾਮ ਜਿਹਨੂੰ ਆਪਾਂ ਨਤੀਜੇ ਕਿਹਾ ਜਾਂਦਾ ਹੈ ਇਸ ਦੇ ਨਿਯਮ ਨਾਲ। ਤਾਂ ਇਹ ਸੰਬੰਧਿਤ ਹੋਏਗਾ ਜੀ ਆਪਸ਼ਨ 3, ਅਭਿਆਸ ਦੇ ਨਿਯਮ ਨਾਲ ਇਹ ਸੰਬੰਧਿਤ ਹੈ। ਅਤੇ ਆਪਾਂ ਜੋ ਵੀ ਨਵਾਂ ਕੰਮ ਕਰਦੇ ਹਾਂ ਉਸ ਨੂੰ ਆਤਮਸਾਤ ਹੈ ਜਿਹੜਾ ਕਰ ਲੈਂਦੇ ਹਾਂ, ਤਾਂ ਇਹ ਅਭਿਆਸ ਦੇ ਨਿਯਮ ਨਾਲ ਸੰਬੰਧਿਤ ਹੈ। ਆਪਸ਼ਨ 3 ABCD ਹੋਏਗੀ ਤੁਹਾਡੇ ਕੋਲ, ਤਾਂ ਆਪਸ਼ਨ C ਇਹਦੇ ਵਿੱਚ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸਿੱਖਣ ਦੇ ਪ੍ਰਕਾਰ ਨੇ। ਸਿੱਖਣ ਦੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ? ਕਿੰਨੇ ਪ੍ਰਕਾਰ ਦਾ ਸਿੱਖਣਾ ਹੁੰਦਾ ਹੈ? ਕਿੰਨੀਆਂ ਕਿਸਮਾਂ ਹੁੰਦੀਆਂ ਨੇ ਸਿੱਖਣ ਦੀਆਂ? ਟਾਈਪਸ ਆਫ ਲਰਨਿੰਗ, ਗਿਆਨਾਤਮਕ ਸਿੱਖਣ, ਗਾਮਕ ਸਿੱਖਣ, ਸੰਵੇਦਨਾਤਮਕ ਸਿੱਖਣ, ਜਾਂ ਫਿਰ ਉਪਰੋਕਤ ਸਾਰੇ। ਤਾਂ ਇਹਦੇ ਵਿੱਚ ਜਿਹੜਾ ਨਾਲ ਦੀਆਂ ਤੁਸੀਂ ਕਮੈਂਟ ਵੀ ਕਰੇ ਜਾਇਓ, ਗਲਤ ਹੋ ਜਾਏਗਾ ਕੋਈ ਗੱਲ ਨਹੀਂ। ਸੋ ਰਾਈਟ ਆਨਸਰ ਬਣੇਗਾ ਜਿਹੜਾ ਆਪਸ਼ਨ 4 ਬਣੇਗਾ, ਉਪਰੋਕਤ ਸਾਰੇ। ਇਹ ਸਿੱਖਣ ਦੀਆਂ ਕਿਸਮਾਂ ਨੇ ਜਿਹਦੇ ਵਿੱਚ ਗਿਆਨਾਤਮਕ ਸਿੱਖਣ ਆ ਗਿਆ, ਗਾਮਕ ਸਿੱਖਣ ਆ ਗਿਆ, ਸੰਵੇਦਨਾਤਮਕ ਸਿੱਖਣ ਆ ਗਿਆ। ਸੋ ਤਿੰਨੋਂ ਇਹ ਸਿੱਖਣ ਦੀਆਂ ਜਿਹੜੀਆਂ ਕਿਸਮਾਂ ਨੇ। ਅਗਲਾ ਪ੍ਰਸ਼ਨ ਹੈ, ਸ਼ੁਰੂਆਤੀ ਜਮਾਤਾਂ ਵਿੱਚ ਸਿੱਖਣ ਦੇ ਜਿਨ੍ਹਾਂ ਤਰੀਕਿਆਂ ਨੂੰ ਮਹੱਤਵ ਦਿੱਤਾ ਜਾਂਦਾ ਹੈ ਉਹ ਕਿਹੜੇ ਹੁੰਦੇ ਨੇ? ਨਿਰੀਖਕ ਵਿਧੀ, ਕਰਕੇ ਸਿੱਖਣਾ, ਸਮੂਹਕ ਵਿਧੀ, ਜਾਂ ਫਿਰ ਵਾਦ ਵਿਵਾਦ ਵਿਧੀ। ਤਾਂ ਸ਼ੁਰੂਆਤੀ ਜਮਾਤਾਂ ਦੇ ਵਿੱਚ ਸਿੱਖਣ ਦੇ ਜੋ ਤਰੀਕੇ ਨੇ ਜਿਨ੍ਹਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ ਤਾਂ ਉਹ ਹੁੰਦਾ ਹੈ ਜੀ ਸਮੂਹਿਕ ਵਿਧੀ। ਆਪਸ਼ਨ 3 ਸਾਡਾ ਜਿਹੜਾ ਰਾਈਟ ਆਨਸਰ ਬਣੇਗਾ, ਸਮੂਹਿਕ ਯਾਨੀ ਕਿ ਗਰੁੱਪ ਮੈਥਡ। ਸਿੱਖਣ ਲਈ ਵਿਸ਼ੇ ਸਮੱਗਰੀ ਦਾ ਸਵਰੂਪ ਹੋਣਾ ਚਾਹੀਦਾ। ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਆਸਾਨ, ਮੁਸ਼ਕਿਲ, ਆਸਾਨ ਤੋਂ ਮੁਸ਼ਕਿਲ, ਜਾਂ ਫਿਰ ਮੁਸ਼ਕਿਲ ਤੋਂ ਆਸਾਨ। ਤਾਂ ਸਿੱਖਣ ਲਈ ਵਿਸ਼ੇ ਸਮੱਗਰੀ ਦਾ ਸਵਰੂਪ ਹੈ ਜਿਹੜਾ ਉਹ ਆਸਾਨ ਹੋਣਾ ਚਾਹੀਦਾ ਹੈ। ਆਪਸ਼ਨ A ਯਾਨੀ 1 ਨੰਬਰ ਜਿਹੜਾ ਰਾਈਟ ਆਨਸਰ ਆਏਗਾ, ਈਜ਼ੀ ਆਨਸਰ ਆਏਗਾ। ਸੋ ਇੰਗਲਿਸ਼ ਦੇ ਵਿੱਚ ਸਿੱਖਣ ਤੋਂ ਬਿਨਾਂ ਸੰਭਵ ਨਹੀਂ ਹੈ। ਕੀ ਸੰਭਵ ਨਹੀਂ ਹੈ? ਵਾਧਾ, ਅਵਰਿਧੀ, ਉਤੇਜਨਾ, ਜਾਂ ਫਿਰ 1 ਅਤੇ 2 ਦੋਨੋਂ। ਤਾਂ ਸਿੱਖਣ ਤੋਂ ਬਿਨਾਂ ਜਿਹੜਾ ਵਾਧਾ ਅਤੇ ਅਭਿਵਰਿਧੀ ਇਹ ਦੋਨੋਂ ਹੀ ਸੰਭਵ ਨਹੀਂ ਹੈ। ਇਸ ਕਰਕੇ ਰਾਈਟ ਆਨਸਰ D ਬਣੇਗਾ, ਯਾਨੀ ਕਿ ਆਪਸ਼ਨ 4 ਜਿਹੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਿੱਖਣ ਦੀਆਂ ਅਸਫਲਤਾਵਾਂ ਦਾ ਕਾਰਨ ਸਮਝਣ ਦੀਆਂ ਅਸਫਲਤਾਵਾਂ ਹਨ। ਇਹ ਕਥਨ ਕਿਸ ਦਾ ਸੀ? ਇਹ ਲਾਈਨ ਕਿਸ ਨੇ ਕਹੀ ਸੀ? ਮਾਰਸੇਲ ਦੇ, ਕ੍ਰੌਨਬੇਕ ਨੇ, ਗਿਲੀਲੈਂਡ ਨੇ, ਜਾਂ ਫਿਰ ਮਾਰਗਨ ਨੇ। ਤਾਂ ਅਲੱਗ ਹੀ ਮਨੋਵਿਗਿਆਨੀਆਂ ਦੇ ਨਾਮ ਨੇ। ਤਾਂ ਸਿੱਖਣ ਦੀਆਂ ਅਸਫਲਤਾਵਾਂ ਦਾ ਕਾਰਨ ਹੈ ਜਿਹੜਾ ਸਮਝਣ ਦੀਆਂ ਅਸਫਲਤਾਵਾਂ ਹੁੰਦੀਆਂ ਨੇ, ਤਾਂ ਇਹ ਕਿਹਾ ਸੀਗਾ ਮਾਰਗਨ ਨੇ। ਮਾਰਗਨ ਦਾ ਕਥਨ ਇਹ। ਆਪਸ਼ਨ D ਯਾਨੀ ਕਿ 4 ਨੰਬਰ ਜਿਹੜਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸਿੱਖਣਾ ਸੰਬੰਧ ਸਥਾਪਿਤ ਕਰਨਾ ਹੈ। ਸੰਬੰਧ ਸਥਾਪਿਤ ਕਰਨ ਦਾ ਕਾਰਜ ਮਨੁੱਖ ਦਾ ਦਿਮਾਗ ਕਰਦਾ ਹੈ। ਇਹ ਕਥਨ ਕਿਸ ਦਾ ਸੀ? ਵੁੱਡਵਰਥ ਦਾ, ਥੋਰਨਡਾਈਕ ਦਾ, ਰਾਈਬਰਨ ਦਾ, ਜਾਂ ਫਿਰ ਸਕਿਨਰ ਦਾ। ਤਾਂ ਇਹ ਕਥਨ ਸੀਗਾ ਜਿਹੜਾ ਇਹ ਲਾਈਨ ਕਹੀ ਸੀ ਸਕਿਨਰ ਨੇ ਕਹੀ ਸੀ। ਆਪਸ਼ਨ D ਯਾਨੀ ਕਿ 4 ਨੰਬਰ ਸਾਡੇ ਇਹਦੇ ਵਿੱਚ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਬ੍ਰਹਮ ਰੂਪ ਤੋਂ ਦੋ ਮਨੁੱਖ ਨੇੜੇ ਉਹ ਇੱਕ ਸਮਾਨ ਨੇ ਪਰ ਉਹ ਹੋਰ ਆਂਤਰਿਕ ਯੋਗਤਾਵਾਂ ਦੀ ਨਜ਼ਰ ਦੇ ਵਿੱਚ ਸਮਰੂਪ ਨਹੀਂ ਹਨ। ਇਸ ਤਰ੍ਹਾਂ ਦੀ ਵਿਅਕਤੀਗਤ ਵਿਭਿੰਨਤਾ ਹੁੰਦੀ ਹੈ ਜਿਹੜੀ ਉਸ ਨੂੰ ਕੀ ਕਿਹਾ ਜਾਂਦਾ ਹੈ? ਯਾਨੀ ਕਿ ਦੋ ਮਨੁੱਖ ਨੇ ਜੋ ਇੱਕ ਸਮਾਨ ਨੇ ਬ੍ਰਹਮ ਰੂਪ ਤੋਂ, ਕੁਦਰਤੀ ਕਹਿ ਸਕਦੇ ਆਪਾਂ, ਪਰ ਉਹ ਹੋਰ ਜੋ ਉਹਨਾਂ ਦੀਆਂ ਆਂਤਰਿਕ ਅੰਦਰੂਨੀ ਯੋਗਤਾਵਾਂ ਨੇ ਤਾਂ ਇਹਦੀ ਨਜ਼ਰ ਦੇ ਵਿੱਚ ਇੱਕੋ ਜਿਹੇ ਨਹੀਂ ਹੈਗੇ ਉਹ। ਇਸ ਤਰ੍ਹਾਂ
ਦੀ ਜੋ ਵਿਅਕਤੀਗਤ ਵਿਭਿੰਨਤਾ ਹੁੰਦੀ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ। ਸੋ ਦੇਸੀ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਇਆ ਹੈ, ਮਨੁੱਖਤਾ, ਬਾਹਰੀ ਵਿਭਿੰਨਤਾ, ਅੰਦਰੂਨੀ ਵਿਭਿੰਨਤਾ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਤਰ੍ਹਾਂ ਦੀ ਜੋ ਵਿਭਿੰਨਤਾ ਹੁੰਦੀ ਹੈ ਤਾਂ ਇਸ ਨੂੰ ਅੰਦਰੂਨੀ ਵਿਭਿੰਨਤਾ ਹੀ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਦੀ ਅੰਦਰੂਨੀ ਵਿਭਿੰਨਤਾ ਹੈਗੀ। ਬਾਹਰੀ ਰੂਪ ਤੋਂ ਇੱਕੋ ਜਿਹੇ ਲੱਗਦੇ ਹੈ ਪਰ ਉਹਨਾਂ ਦੀ ਜਿਹੜੀ ਅੰਦਰੂਨੀ ਵਿਭਿੰਨਤਾ ਉਹ ਅਲੱਗ ਹੈ। ਅੱਗੇ ਹੇਠ ਲਿਖੇ ਕਥਨ ਨੇ, ਇਹਨਾਂ ਵਿੱਚੋਂ ਠੀਕ ਕਥਨ ਕਿਹੜਾ ਹੈ? ਦੋ ਮਨੁੱਖ ਸਮਾਨ ਨਹੀਂ ਹੁੰਦੇ, ਵਿਅਕਤੀਗਤ ਵਿਭਿੰਨਤਾਵਾਂ ਦਾ ਮਾਪਨ ਸੰਭਵ ਹੈ, ਵਿਅਕਤੀਗਤ ਵਿਭਿੰਨਤਾਵਾਂ ਸਰਬ ਭੌਮਿਕ ਹੁੰਦੀਆਂ ਨੇ, ਜਾਂ ਫਿਰ ਉਪਰੋਕਤ ਸਾਰੇ। ਤਾਂ ਇਹਦਾ ਰਾਈਟ ਆਨਸਰ ਬਣੇਗਾ ਉਪਰੋਕਤ ਸਾਰੇ। ਇਹ ਸਾਰੇ ਕਥਨ ਜਿਹੜੇ ਸਹੀ ਨੇ, ਦੋ ਮਨੁੱਖ ਨੇ ਜਿਹੜੇ ਉਹ ਸਮਾਨ ਨਹੀਂ ਹੁੰਦੇ, ਵਿਅਕਤੀਗਤ ਭਿੰਨਤਾਵਾਂ ਦਾ ਮਾਪਨ ਸੰਭਵ ਹੈ, ਵਿਅਕਤੀਗਤ ਭਿੰਨਤਾਵਾਂ ਸਰਬ ਭੌਮਿਕ ਹੁੰਦੀਆਂ ਨੇ। ਉਪਰੋਕਤ ਸਾਰੇ ਜਿਹੜਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਮੋਟੇ ਤੌਰ 'ਤੇ ਵਿਅਕਤੀਗਤ ਵਿਭੇਦ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ? 2, 4, 3 ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ। ਤਾਂ ਵਿਅਕਤੀਗਤ ਵਿਭੇਦ ਨੂੰ ਜਿਹੜਾ ਇੰਗਲਿਸ਼ ਦੇ ਵਿੱਚ ਇੰਡੀਵਿਜੂਅਲ ਡਿਫਰੈਂਸਿਸ ਕਹਿੰਦੇ ਆ। ਇੰਡੀਵਿਜੂਅਲ ਡਿਫਰੈਂਸਿਸ ਕੈਨ ਬੀ ਡਿਵਾਈਡਡ। ਤਾਂ ਇਹ ਵੰਡਿਆ ਗਿਆ ਜੀ 2 ਭਾਗਾਂ ਦੇ ਵਿੱਚ। ਆਪਸ਼ਨ ਏ ਯਾਨੀ ਕਿ 1 ਨੰਬਰ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸੰਗਠਿਤ ਵਿਅਕਤੀਤਵ ਵਿੱਚ ਹੇਠ ਲਿਖੇ ਪੱਖ ਵਿਕਸਿਤ ਹੁੰਦੇ ਨੇ। ਕਿਹੜੇ ਕਿਹੜੇ ਪੱਖ ਜਿਹੜੇ ਵਿਕਸਿਤ ਹੁੰਦੇ ਨੇ? ਮਾਨਸਿਕ, ਸੰਵੇਗਾਤਮਕ, ਸਮਾਜਿਕ ਜਾਂ ਫਿਰ ਉਪਰੋਕਤ ਸਾਰੇ। ਤਾਂ ਇਹਦਾ ਰਾਈਟ ਆਨਸਰ ਬਣੇਗਾ ਉਪਰੋਕਤ ਸਾਰੇ। ਅਗਲਾ ਪ੍ਰਸ਼ਨ ਹੈ, ਮਨੋਵਿਗਿਆਨ ਕੀ ਹੈ? ਸਮਾਜਿਕ ਵਿਗਿਆਨ, ਵਿਵਹਾਰਿਕ ਵਿਗਿਆਨ, ਸ਼ੁੱਧ ਵਿਗਿਆਨ ਜਾਂ ਫਿਰ ਪ੍ਰਾਕਿਰਤਿਕ ਵਿਗਿਆਨ। ਮਨੋਵਿਗਿਆਨ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਹਦਾ ਰਾਈਟ ਆਨਸਰ ਬਣੇਗਾ ਜੀ ਆਪਸ਼ਨ 2 ਯਾਨੀ ਕਿ ਬੀ। ਮਨੋਵਿਗਿਆਨ ਹੈ ਜਿਹੜਾ ਹੈ ਉਹ ਵਿਵਹਾਰਿਕ ਵਿਗਿਆਨ ਹੈ। ਅਗਲਾ ਪ੍ਰਸ਼ਨ ਹੈ, ਹੇਠ ਲਿਖੀ ਪੱਧਤੀ ਵਿਅਕਤੀਗਤ ਭੇਦ ਨੂੰ ਧਿਆਨ ਵਿੱਚ ਨਾ ਰੱਖ ਕੇ ਸਿੱਖਿਆ ਵਿੱਚ ਇਸਤੇਮਾਲ ਹੈ ਜਿਹੜੀ ਕੀਤੀ ਜਾਂਦੀ ਹੈ। ਕਿਹੜੀ ਹੈ ਉਹ? ਡਾਲਟਨ ਪੱਧਤੀ, ਵਿਆਖਿਆਨ ਪੱਧਤੀ, ਬਿਨੇਟਿਕਾ ਪੱਧਤੀ ਜਾਂ ਫਿਰ ਪ੍ਰਯੋਜਨਾ ਪੱਧਤੀ। ਸੋ ਡਾਲਟਨ ਮੈਥਡ ਇਸ ਨੂੰ ਕਿਹਾ ਜਾਂਦਾ ਹੈ। ਐਕਸਪਲੇਨੇਸ਼ਨ ਮੈਥਡ ਵਿਆਖਿਆਨ ਪੱਧਤੀ ਹੋਗੀ। ਬੈਨੇਟਿਕਾ ਮੈਥਡ ਆਪਸ਼ਨ ਨੰਬਰ 3 ਹੋਗੀ। ਪ੍ਰੀ ਪਲੈਨਿੰਗ ਮੈਥਡ ਆਪਸ਼ਨ ਨੰਬਰ 4 ਹੋਗੀ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਪ੍ਰਯੋਜਨਾ ਪੱਧਤੀ ਕਹਿੰਦੇ ਹਾਂ। ਤਾਂ ਇਹਦਾ ਰਾਈਟ ਆਨਸਰ ਬਣੇਗਾ ਜੀ ਆਪਸ਼ਨ ਬੀ ਯਾਨੀ ਕਿ 2 ਵਿਆਖਿਆਨ ਪੱਧਤੀ, ਐਕਸਪਲੇਨੇਸ਼ਨ ਮੈਥਡ। ਇਹ ਪੱਧਤੀ ਦਾ ਆਨਸਰ ਬਣੇਗਾ, ਜਿਹਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਦੇ ਵਿੱਚ ਇਸਤੇਮਾਲ ਹੈ ਜਿਹੜਾ ਕੀਤਾ ਜਾਂਦਾ ਹੈ ਇਸ ਪੱਧਤੀ ਨੂੰ, ਇਸ ਮੈਥਡ ਨੂੰ। ਅਗਲਾ ਪ੍ਰਸ਼ਨ ਹੈ, ਸਰੀਰਕ ਤੌਰ 'ਤੇ ਅਪਾਹਜ ਵਿਅਕਤੀ ਲਈ ਇਹਨਾਂ ਵਿੱਚੋਂ ਕਿਹੜੀ ਰੱਖਿਆ ਤੰਤਰ ਵਿਧੀ ਹੈ ਜਿਹੜੀ ਸਭ ਤੋਂ ਸੰਤੋਖਜਨਕ ਹੁੰਦੀ ਹੈ? ਸਮਰੂਪਤਾ, ਵਿਵੇਕੀਕਰਨ, ਕਲਪਨਾ ਤਰੰਗ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਰਾਈਟ ਆਨਸਰ ਬਣੇਗਾ ਜੀ ਕਲਪਨਾ ਤਰੰਗ ਵਿਧੀ ਹੈ ਜਿਹੜੀ ਉਹ ਸਭ ਤੋਂ ਸੰਤੋਖਜਨਕ ਹੁੰਦੀ ਹੈ ਅਪਾਹਜ ਵਿਅਕਤੀ ਲਈ, ਜੋ ਸਰੀਰਕ ਤੌਰ 'ਤੇ ਵਿਅਕਤੀ ਅਪਾਹਜ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਬਾਲ ਅਪਰੇਸ਼ਨ ਪ੍ਰੀਖਣ 3 ਸਾਲ ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਲਈ ਬਣਾਇਆ ਗਿਆ ਹੈ। ਇਸ ਪ੍ਰੀਖਣ ਵਿੱਚ ਕਾਰਡਾਂ ਦੇ ਵਿੱਚ ਪ੍ਰਤੀਸਥਾਪਿਤ ਕੀਤਾ ਗਿਆ ਹੈ। ਕਿਸ ਨੂੰ ਕੀਤਾ ਗਿਆ ਹੈ? ਸੰਜੀਵ ਵਸਤੂਆਂ ਦੇ ਸਥਾਨ 'ਤੇ ਨਿਰਜੀਵ ਵਸਤੂਆਂ ਨੂੰ, ਲੋਕਾਂ ਦੀ ਥਾਂ 'ਤੇ ਜਾਨਵਰਾਂ ਨੂੰ, ਜਾਂ ਪੁਰਖਾਂ ਦੀ ਥਾਂ 'ਤੇ ਔਰਤਾਂ ਨੂੰ, ਜਾਂ ਬਾਲਗਾਂ ਦੀ ਥਾਂ 'ਤੇ ਬੱਚਿਆਂ ਨੂੰ। ਤਾਂ ਇਹ ਕੀਤਾ ਗਿਆ ਜੀ ਆਪਸ਼ਨ 2 ਲੋਕਾਂ ਦੀ ਥਾਂ 'ਤੇ ਜਾਨਵਰਾਂ ਨੂੰ। ਇਹ 'ਚ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਿਰਜਣਾਤਮਕਤਾ ਦੇ ਪੋਸ਼ਣ ਲਈ ਇੱਕ ਅਧਿਆਪਕ ਨੂੰ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਵਿਧੀ ਦੀ ਸਹਾਇਤਾ ਜਿਹੜੀ ਲੈਣੀ ਚਾਹੀਦੀ ਹੈ? ਬ੍ਰੇਨ ਸਟਾਰਮਿੰਗ, ਲੈਕਚਰ ਵਿਧੀ, ਦੇਖਣ ਸੁਣਨ ਸਾਧਨ ਜਾਂ ਫਿਰ ਉਪਰੋਕਤ ਸਾਰੇ। ਤਾਂ ਇਹਦਾ ਰਾਈਟ ਆਨਸਰ ਬਣੇਗਾ ਜੀ ਬ੍ਰੇਨ ਸਟਾਰਮਿੰਗ ਵਿਧੀ ਦੀ ਸਹਾਇਤਾ ਜਿਹੜੀ ਲੈਣੀ ਚਾਹੀਦੀ ਹੈ ਸਿਰਜਣਾਤਮਕਤਾ ਦੇ ਪੋਸ਼ਣ ਲਈ ਇੱਕ ਅਧਿਆਪਕ ਨੂੰ। ਤਾਂ ਆਪਸ਼ਨ ਏ ਜਿਹੜਾ ਰਾਈਟ ਆਨਸਰ ਬਣੇਗਾ। ਬ੍ਰੇਨ ਸਟਾਰਮਿੰਗ ਇਹਨੂੰ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਇਹਨਾਂ ਦੇ ਵਿੱਚੋਂ ਕਿਹੜਾ ਕਥਨ ਹੈ ਜਿਹੜਾ ਸਹੀ ਨਹੀਂ ਹੈ?
ਲੋੜ ਵਾਂਝੇ ਹੋਣ ਦੀ ਸਰੀਰਕ ਅਵਸਥਾ ਨਹੀਂ ਹੈ। ਪ੍ਰੇਰਕ ਲੋੜ ਦਾ ਮਨੋਵਿਗਿਆਨਕ ਪਰਿਣਾਮ ਹੈ। ਲੋੜ ਅਤੇ ਪ੍ਰੇਰਕ ਸਮਾਨਾਂਤਰ ਹਨ ਪਰੰਤੂ ਸਮਾਨ ਨਹੀਂ। ਮੂਲ ਪ੍ਰਵਿਰਤੀਆਂ ਅੰਦਰੂਨੀ ਜੈਵਿਕ ਬਲ ਹਨ। ਤਾਂ ਇਹ ਜਿਹੜਾ ਕਥਨ ਹੈ ਉਹ ਸਹੀ ਨਹੀਂ ਹੈ। ਉਹ ਆਏਗਾ ਆਪਸ਼ਨ ਨੰਬਰ 1। ਲੋੜ ਵਾਂਝੇ ਹੋਣ ਦੀ ਸਰੀਰਕ ਅਵਸਥਾ ਜਿਹੜੀ ਉਹ ਨਹੀਂ ਹੈਗੀ। ਸੋ ਇਹ ਬਣੇਗਾ ਨੀਡ ਇਜ਼ ਨੋਟ ਏ ਫਿਜ਼ੀਕਲ ਕੰਡੀਸ਼ਨ ਟੂ ਸਪਿਰਿਟ। ਆਪਸ਼ਨ ਏ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਸਿੱਖਿਆ ਅਧਿਕਾਰ ਕਾਨੂੰਨ 2009 ਦੇ ਵਿੱਚ ਇੱਕ ਅਧਿਆਪਕ ਲਈ ਘੱਟੋ ਘੱਟ ਕਿੰਨੇ ਘੰਟੇ ਪ੍ਰਤੀ ਹਫ਼ਤਾ ਕੰਮ ਕਰਨਾ ਜਿਹੜਾ ਨਿਰਧਾਰਤ ਕੀਤਾ ਗਿਆ? 40 ਘੰਟੇ, 45 ਘੰਟੇ, 50 ਘੰਟੇ ਜਾਂ ਫਿਰ 55 ਘੰਟੇ। ਤਾਂ ਇਹਦਾ ਆਨਸਰ ਬਣੇਗਾ ਜੀ ਆਪਸ਼ਨ 1 40 ਘੰਟੇ ਪ੍ਰਤੀ ਹਫ਼ਤਾ ਜਿਹੜਾ ਨਿਰਧਾਰਿਤ ਕੀਤਾ ਗਿਆ ਹੈ ਸਿੱਖਿਆ ਅਧਿਕਾਰ ਕਾਨੂੰਨ 2009 ਦੇ ਮੁਤਾਬਕ। ਸਰੀਰਕ ਰੂਪ ਤੋਂ ਮਨੁੱਖ ਦੇ ਜਿਹੜਾ ਮੱਧ ਜਿਹੜੀ ਭਿੰਨਤਾ ਦਿਖਾਈ ਦਿੰਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਬਾਹਰੀ ਵਿਭਿੰਨਤਾ, ਆਂਤਰਿਕ ਵਿਭਿੰਨਤਾ, ਵਿਅਕਤੀਤਵ ਜਾਂ ਫਿਰ ਉਪਰੋਕਤ ਸਾਰੇ। ਤਾਂ ਇਹ ਕਿਹਾ ਜਾਏਗਾ ਜੀ ਬਾਹਰੀ ਵਿਭਿੰਨਤਾ। ਜੋ ਸਰੀਰਕ ਰੂਪ ਤੋਂ ਮਨੁੱਖ ਦੇ ਮੱਧ ਵਿੱਚ ਜਿਹੜੀ ਭਿੰਨਤਾ ਦਿਖਾਈ ਦਿੰਦੀ ਹੈ ਉਸ ਨੂੰ ਬਾਹਰੀ ਵਿਭਿੰਨਤਾ ਜਿਹੜਾ ਉਹ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਵਿਅਕਤੀਗਤ ਵਿਭੇਦ ਨੂੰ ਜਾਣਨ ਦੀਆਂ ਵਿਧੀਆਂ ਕਿਹੜੀਆਂ ਨੇ? ਬੁੱਧੀ ਪ੍ਰੀਖਣ, ਵਿਅਕਤੀ ਇਤਿਹਾਸ ਵਿਧੀ, ਰੁਚੀ ਪ੍ਰੀਖਣ ਜਾਂ ਫਿਰ ਉਪਰੋਕਤ ਸਾਰੇ। ਤਾਂ ਇਹਦਾ ਰਾਈਟ ਆਨਸਰ ਬਣੇਗਾ ਉਪਰੋਕਤ ਸਾਰੇ। ਆਪਸ਼ਨ ਡੀ ਵਿਅਕਤੀਆਂ ਦੇ ਵਿਭੇਦ ਨੂੰ ਜਾਣੀ ਕਿ ਡਿਫਰੈਂਸ ਨੂੰ ਜਾਣਨ ਲਈ ਬੁੱਧੀ ਪ੍ਰੀਖਿਆ, ਵਿਅਕਤੀ ਇਤਿਹਾਸ ਵਿਧੀ ਅਤੇ ਰੁਚੀ ਪ੍ਰੀਖਣ ਇਹ ਸਾਰੀਆਂ ਵਿਧੀਆਂ ਆ ਜਾਂਦੀਆਂ ਨੇ। ਅਗਲਾ ਪ੍ਰਸ਼ਨ ਹੈ ਵਿਅਕਤੀਗਤ ਭਿੰਨਤਾ ਹੁੰਦੀ ਹੈ ਕਿਹੜੇ ਤੌਰ 'ਤੇ ਹੁੰਦੀ ਹੈ? ਬੌਧਿਕ, ਸਰੀਰਕ, ਵਿਅਕਤੀਤਵ ਸੰਬੰਧੀ ਜਾਂ ਫਿਰ ਉਪਰੋਕਤ ਸਾਰੇ। ਤਾਂ ਇਹ ਵੀ ਸਾਰੀਆਂ ਵਿਭਿੰਨਤਾ ਆ ਜਾਂਦੀਆਂ ਨੇ। ਬੌਧਿਕ ਤੌਰ 'ਤੇ ਵੀ ਵਿਅਕਤੀ ਦੇ ਵਿੱਚ ਵਿਭਿੰਨਤਾ ਪਾਈ ਜਾਂਦੀ ਹੈ, ਸਰੀਰਕ ਤੌਰ 'ਤੇ ਵੀ, ਅਤੇ ਉਹਦਾ ਜੋ ਵਿਅਕਤੀਤਵ ਹੁੰਦਾ ਹੈ ਤਾਂ ਇਹਦੇ ਸੰਬੰਧ ਦੇ ਵਿੱਚ ਵੀ ਇਹ ਜਿਹੜਾ ਵਿਭਿੰਨਤਾ ਪਾਈ ਜਾਂਦੀ ਹੈ। ਵਿਅਕਤੀਤਵ ਯਾਨੀ ਕਿ ਪਰਸਨੈਲਿਟੀ। ਤਾਂ ਇਹ ਤਿੰਨੋਂ ਹੀ ਅਲੱਗ-ਅਲੱਗ ਵਿਅਕਤੀ ਦੀਆਂ ਵਿਭਿੰਨਤਾਵਾਂ ਹੁੰਦੀਆਂ ਨੇ, ਇਸ ਕਰਕੇ ਆਪਸ਼ਨ ਡੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਵਿਅਕਤੀਗਤ ਵਿਭਿੰਨਤਾਵਾਂ ਦੇ ਆਧਾਰ ਉੱਤੇ ਸਿੱਖਿਅਕ ਨੂੰ ਮਦਦ ਮਿਲਦੀ ਹੈ। ਕਿਸ ਦੀ ਮਦਦ ਮਿਲਦੀ ਹੈ? ਅਧਿਆਪਨ ਅਤੇ ਵਿਵਸਾਇਕ ਨਿਰਦੇਸ਼ਨ ਦੇ ਵਿੱਚ, ਵਿਦਿਆਰਥੀਆਂ ਦੇ ਵਰਗੀਕਰਨ ਦੇ ਵਿੱਚ, ਅਧਿਆਪਨ ਵਿਧੀ ਦੀ ਚੋਣ ਵਿੱਚ ਜਾਂ ਫਿਰ ਉਪਰੋਕਤ ਸਾਰੇ। ਤਾਂ ਇਹਦਾ ਰਾਈਟ ਆਨਸਰ ਵੀ ਜਿਹੜਾ ਬਣੇਗਾ ਉਪਰੋਕਤ ਸਾਰੇ ਬਣੇਗਾ। ਸਾਰਿਆਂ ਦੇ ਵਿੱਚ ਜਿਹੜੀ ਸਿੱਖਿਅਕ ਨੂੰ ਮਦਦ ਮਿਲਦੀ ਹੈ ਵਿਅਕਤੀਗਤ ਵਿਭਿੰਨਤਾਵਾਂ ਦੇ ਆਧਾਰ 'ਤੇ। ਅਗਲਾ ਪ੍ਰਸ਼ਨ ਹੈ ਮਾਨਸਿਕ ਵਿਭੇਦ ਦੇ ਅੰਤਰਗਤ ਨਹੀਂ ਆਉਂਦਾ ਹੈ। ਕਿਹੜਾ ਜਿਹੜਾ ਮਾਨਸਿਕ ਵਿਭੇਦ ਦੇ ਅੰਤਰਗਤ ਨਹੀਂ ਆਉਂਦਾ? ਰੁਚੀ ਸੰਬੰਧੀ ਭੇਦ, ਯੋਗਤਾ ਸੰਬੰਧੀ ਭੇਦ, ਸਵਭਾਵਗਤ ਭੇਦ ਜਾਂ ਸਰੀਰਕ ਸੰਰਚਨਾ ਦੇ ਸੰਬੰਧੀ ਭੇਦ। ਤਾਂ ਮਾਨਸਿਕ ਵਿਭੇਦ ਹੁੰਦਾ ਜਿਹੜੇ ਇਸ ਦੇ ਜਿਹੜਾ ਅੰਤਰਗਤ ਹੈ ਉਹ ਸਰੀਰਕ ਸੰਰਚਨਾ ਸੰਬੰਧੀ ਭੇਦ ਹੈ ਜਿਹੜਾ ਨਹੀਂ ਆਉਂਦਾ, ਜਿਹਨੂੰ ਆਪਾਂ ਫਿਜ਼ੀਕਲ ਸਟਰਕਚਰ ਡਿਫਰੈਂਸਿਸ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ। ਪੰਜਾਬੀ ਦੇ ਵਿੱਚ ਸਰੀਰਕ ਸੰਰਚਨਾ ਸੰਬੰਧੀ ਭੇਦ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਮਨੋ ਸਰੀਰਕ ਅਸਮਾਨਤਾਵਾਂ ਨੂੰ ਕੀ ਕਿਹਾ ਜਾਂਦਾ ਹੈ? ਵਿਅਕਤੀਤਵ, ਸਮਾਯੋਜਨ, ਵਿਅਕਤੀਗਤ ਭਿੰਨਤਾ ਜਾਂ ਫਿਰ ਉਪਰੋਕਤ ਸਾਰੇ। ਮਨੋ ਸਰੀਰਕ ਯਾਨੀ ਕਿ ਮੈਂਟਲੀ ਜੋ ਫਿਜ਼ੀਕਲ ਹੁੰਦੀਆਂ ਨੇ ਆਪਣੇ 'ਚ ਅਸਮਾਨਤਾਵਾਂ, ਤਾਂ ਇਸ ਨੂੰ ਕਿਹਾ ਜਾਂਦਾ ਜੀ ਵਿਅਕਤੀਗਤ ਵਿਭਿੰਨਤਾ। ਆਪਸ਼ਨ 3 ਸਾਡਾ ਰਾਈਟ ਆਨਸਰ ਆਏਗਾ ਇੰਡੀਵਿਜੂਅਲ ਡਿਫਰੈਂਸਿਸ ਇਸ ਨੂੰ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਜਿਹੜੇ ਤੱਥਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਉਹਨਾਂ ਦਾ ਸਾਰ ਕੱਢ ਕੇ ਸੰਖਿਆਤਮਕ ਰੂਪ ਵਿੱਚ ਵਿਅਕਤ ਕਰਨ ਨੂੰ ਕੀ ਕਿਹਾ ਜਾਂਦਾ ਹੈ? ਆਤਮ ਕਥਾ, ਵਿਅਕਤੀ ਇਤਿਹਾਸ ਅਧਿਐਨ, ਸਮਾਜ ਮਿਤੀ ਜਾਂ ਫਿਰ ਨਿਰਧਾਰਤ ਮਾਨ। ਤਾਂ ਇਸ ਨੂੰ ਕਿਹਾ ਜਾਏਗਾ ਜੀ ਸਮਾਜ ਮਿਤੀ। ਜਿਹੜੇ ਤੱਥ ਹੁੰਦੇ ਹੈ ਇਹ ਤੱਥਾਂ ਦਾ ਨਿਰਧਾਰਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਉਹਨਾਂ ਦਾ ਸਾਰ ਕੱਢ ਕੇ ਇਹਨੂੰ ਕਨਕਲੂਜਨ ਆਪਾਂ ਕਹਿੰਦੇ ਹਾਂ। ਸੰਖਿਆਤਮਕ ਰੂਪ ਦੇ ਵਿੱਚ ਜਦੋਂ ਵਿਅਕਤ ਕੀਤਾ ਜਾਂਦਾ ਹੈ
ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਸਮਾਜ ਮਿਤੀ ਕਿਹਾ ਜਾਂਦਾ। ਆਪਸ਼ਨ 3 ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸੰਗਠਿਤ ਵਿਅਕਤੀਤਵ ਵਿੱਚ ਹੇਠ ਅੰਕਿਤ ਪੱਖ ਵਿਕਸਿਤ ਹੁੰਦੇ ਨੇ। ਕਿਹੜੇ ਪੱਖ ਹੈ ਜਿਹੜੇ ਵਿਕਸਿਤ ਹੁੰਦੇ ਨੇ? ਮਾਨਸਿਕ, ਸੰਵੇਗਾਤਮਕ, ਸਮਾਜਿਕ ਜਾਂ ਫਿਰ ਉਪਰੋਕਤ ਸਾਰੇ। ਤਾਂ ਉਪਰੋਕਤ ਸਾਰੇ 'ਚ ਰਾਈਟ ਆਨਸਰ ਬਣੇਗਾ। ਸਾਰੇ ਪੱਖ ਜਿਹੜੇ ਵਿਕਸਿਤ ਹੁੰਦੇ ਨੇ ਮਾਨਸਿਕ, ਸਮਾਜਿਕ ਅਤੇ ਸੰਵੇਗਾਤਮਕ, ਮੈਂਟਲ, ਸੋਸ਼ਲ, ਇਮੋਸ਼ਨਲ। ਸੋ ਆਲ ਆਫ ਅਬਵ। ਅਗਲਾ ਪ੍ਰਸ਼ਨ ਹੈ, ਰੱਖਿਆ ਤੰਤਰ ਦੇ ਵਿੱਚ ਬਹੁਤ ਸਹਾਇਤਾ ਕਰਦਾ ਹੈ। ਹਿੰਸਾ ਨਾਲ ਨਿਪਟਣ ਲਈ, ਦਬਾਅ ਨਾਲ ਨਿਪਟਣ ਲਈ, ਥਕਾਵਟ ਨਾਲ ਨਿਪਟਣ ਲਈ ਜਾਂ ਫਿਰ ਅਜਨਬੀਆਂ ਨਾਲ ਨਿਪਟਣ ਲਈ। ਤਾਂ ਰੱਖਿਆ ਤੰਤਰ ਹੈ ਜਿਹੜਾ ਉਹ ਦਬਾਅ ਨਾਲ ਨਿਪਟਣ ਲਈ ਹੈ ਜਿਹੜਾ ਸਹਾਇਤਾ ਕਰਦਾ ਹੈ। ਆਪਸ਼ਨ 2 ਯਾਨੀ ਕਿ ਬੀ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸਾਖਰਤਾ ਅਭਿਆਨ ਵਿੱਚ ਆਪ ਕਿਸ ਤਰ੍ਹਾਂ ਆਪਣਾ ਯੋਗਦਾਨ ਦੇ ਸਕਦੇ ਹੋ? ਨੌਕਰੀ ਕਰਕੇ, ਆਪਣੇ ਆਪ ਨੂੰ ਸਾਖਰ ਕਰਕੇ, ਸਾਖਰਤਾ ਦਾ ਮਹੱਤਵ ਦੱਸ ਕੇ ਜਾਂ ਫਿਰ 2 ਅਨਪੜ੍ਹ ਵਿਅਕਤੀਆਂ ਨੂੰ ਸਾਖਰ ਕਰਕੇ। ਤਾਂ ਜੋ ਸਾਖਰਤਾ ਅਭਿਆਨ ਹੈ ਤਾਂ ਇਹਦੇ ਵਿੱਚ ਆਪਾਂ ਜਿਹੜੇ ਖੁਦ ਹੈ ਸੈਲਫ ਹੈ ਤਾਂ ਇਹ ਹੈ ਜਿਹੜਾ 2 ਅਨਪੜ੍ਹ ਵਿਅਕਤੀਆਂ ਨੂੰ ਸਾਖਰ ਕਰਕੇ ਯੋਗਦਾਨ ਦੇ ਸਕਦੇ ਹਾਂ। ਆਪਸ਼ਨ ਡੀ ਯਾਨੀ ਕਿ 4 ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸਤੂਲਿਤ ਵਿਚਾਰਾਂ ਵਾਲੇ ਵਿਅਕਤੀ ਵਿੱਚ ਸਮਾਯੋਜਨ ਸ਼ਕਤੀ ਜ਼ਿਆਦਾ ਹੁੰਦੀ ਹੈ। ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਬਿਲਕੁਲ ਨਹੀਂ, ਕੁਝ ਸੰਭਵ ਹੈ ਜਾਂ ਪੂਰਨ ਸਹਿਮਤ। ਤਾਂ ਇਹਦੇ ਵਿੱਚ ਰਾਈਟ ਆਨਸਰ ਬਣੇਗਾ ਪੂਰਨ ਸਹਿਮਤ ਆਏਗਾ। ਜੋ ਸਤੂਲਿਤ ਵਿਚਾਰਾਂ ਵਾਲੇ ਵਿਅਕਤੀ ਹੁੰਦੇ ਨੇ ਤਾਂ ਇਹਨਾਂ ਵਿੱਚ ਜੋ ਸਮਾਯੋਜਨ ਹੈ, ਐਡਜਸਟਮੈਂਟ, ਇਹ ਜਿਹੜੀ ਸ਼ਕਤੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ। ਤਾਂ ਬਿਲਕੁਲ ਸਹੀ ਹੈ, ਪੂਰਨ ਸਹਿਮਤ ਰਾਈਟ ਆਨਸਰ ਆਏਗਾ। 30ਵਾਂ ਪ੍ਰਸ਼ਨ ਹੈ, ਕਿਸੇ ਬਾਲਕ ਦੀ ਵਿੱਦਿਆ ਪ੍ਰਗਤੀ ਦਿਨ ਪ੍ਰਤੀ ਦਿਨ ਗਿਰਾਵਟ ਦੇ ਵੱਲ ਜਾ ਰਹੀ ਹੈ। ਇਸ ਦਾ ਹੇਠ ਲਿਖੇ ਵਿੱਚੋਂ ਕਾਰਨ ਕੀ ਹੋਏਗਾ? ਉਹ ਧਨ ਕਮਾਉਣ ਲੱਗਿਆ, ਉਹ ਗਲਤ ਸੰਗਤ ਵਿੱਚ ਪੈ ਗਿਆ, ਅਧਿਆਪਕ ਠੀਕ ਤਰ੍ਹਾਂ ਜਿਹੜਾ ਨਹੀਂ ਪੜ੍ਹਾ ਪਾਉਂਦੇ, ਬਾਲਕ ਦੀ ਪੜ੍ਹਨ ਵਿੱਚ ਰੁਚੀ ਯਾਨੀ ਕਿ ਮਨ ਨਹੀਂ ਹੈ। ਤਾਂ ਇਹਦਾ ਰਾਈਟ ਆਨਸਰ ਬਣੇਗਾ ਅਧਿਆਪਕ ਠੀਕ ਤਰ੍ਹਾਂ ਨਾਲ ਨਹੀਂ ਪੜ੍ਹਾਉਂਦੇ, ਜਿਸ ਕਾਰਨ ਬਾਲਕ ਦੀ ਵਿੱਦਿਆ ਪ੍ਰਗਤੀ ਹੈ ਜਿਹੜੀ ਦਿਨ ਪ੍ਰਤੀ ਦਿਨ ਗਿਰਾਵਟ ਦੇ ਵੱਲ ਜਾ ਰਹੀ ਹੈ। ਸੋ ਇਹ ਦਾ ਮੁੱਖ ਕਾਰਨ ਹੋਏਗਾ। ਸੋ ਸਾਈਕੋ ਦੇ ਤੁਹਾਨੂੰ 30 ਕੁਐਸਚਨ ਪ੍ਰੋਵਾਈਡ ਕੀਤੇ ਨੇ। ਸਾਰੇ ਕੁਐਸਚਨ ਪ੍ਰੋਵਾਈਡ ਨਹੀਂ ਕਰ ਸਕਦੇ ਕਿਉਂਕਿ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੌਂਗ ਹੋ ਜਾਏਗੀ। ਸੋ ਕੱਲ੍ਹ ਨੂੰ ਤੁਹਾਨੂੰ ਪੰਜਾਬੀ ਅਤੇ SST ਦੇ ਜੋ ਪ੍ਰੈਕਟਿਸ ਪੇਪਰ ਹੈ ਦੇ ਕੁਐਸਚਨ ਨੇ ਉਹ ਪ੍ਰੋਵਾਈਡ ਕਰਾਂਗੇ। ਸੋ ਬਾਕੀ ਤੁਹਾਡੇ ਰਿਸਪੌਂਸ 'ਤੇ ਡਿਪੈਂਡ ਹੋਏਗਾ ਕਿਉਂਕਿ ਰਿਸਪੌਂਸ ਬਹੁਤ ਘੱਟ ਜਾਂਦਾ ਹੈ। ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡੇ ਕਿੰਨੇ ਆਨਸਰ ਜਿਹੜੇ ਸਹੀ ਗਏ ਹੈ ਤਾਂ ਉਹ ਵੀ ਜ਼ਰੂਰ ਕਮੈਂਟ ਕਰ ਦਿਆ ਕਰੋ। ਤੁਹਾਨੂੰ ਆਪਣੇ ਆਪ ਵਿੱਚ ਚਾਨਣ ਹੋਏਗਾ ਕਿ ਕਿੰਨੇ ਕੁ ਤੁਸੀਂ ਮਾਰਕ ਜਿਹੜੇ ਲੈ ਸਕਦੇ ਹੋ। ਸੋ ਬਿਲਕੁਲ ਜਿਵੇਂ ਐਗਜ਼ਾਮ ਦੇ ਵਿੱਚ ਜਿੰਨੇ ਕੁਐਸਚਨ ਆਉਂਦੇ ਹੈ ਉਨੇ ਪੁੱਛੇ ਗਏ। ਸਾਈਕੋ ਦੇ 30 ਕੁਐਸਚਨ ਨੇ। ਸਾਈਕੋ ਕਾਫੀ ਟਫ ਹੁੰਦੀ ਹੈ। ਸੋ ਇਹਦੇ ਵਿੱਚੋਂ ਨੰਬਰ ਲੈਣੇ ਬਹੁਤ ਹੀ ਜ਼ਰੂਰੀ ਨੇ। ਪੋਲੀਟੀਕਲ ਸਾਇੰਸ ਇੰਗਲਿਸ਼ ਦਾ ਬੇਸਿਕ ਜ਼ਿਆਦਾ ਗ੍ਰਾਮਰ ਹੀ ਹੁੰਦੀ ਹੈ। ਪੰਜਾਬੀ ਦੇ ਵਿੱਚ ਹੀ ਪਹਿਲੇ 'ਚ ਕੁਐਸਚਨ ਭਰਨੇ ਅਤੇ ਗ੍ਰਾਮਰ ਹੁੰਦੀ ਹੈ। ਸੋ ਆਪਾਂ ਨੋਰਮਲ ਕਰ ਸਕਦੇ ਹਾਂ। ਮੇਨ SST ਅਤੇ ਸਾਈਕੋ ਹੈ ਤਾਂ ਫਿਰ ਵੀ ਤੁਹਾਨੂੰ ਪੰਜਾਬੀ ਅਤੇ SST ਦੇ ਜ਼ਰੂਰ ਪ੍ਰੋਵਾਈਡ ਕਰਾਂਗੇ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਪ੍ਰੈਕਟਿਸ ਪੇਪਰ ਦੇ ਕੁਐਸਚਨਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।